ਹਾਂ ਦਿਲ ਵਿੱਚ ਤੂੰ ਵਸਦਾ, ਦਿਲ ਵਿੱਚ ਤੂੰ ਵਸਦਾ, ਹੋਰ ਰੱਖ ਵੀ ਕੋਈ ਨਾ ਹੋਵੇ, ਤੇਰੀ ਮੇਰੀ ਇੱਕ ਜਿੰਦੜੀ, ਬਾਜੋ ਤੇਰੇ ਜਿੰਦੜੀ, ਸਾਡੀ ਮੋਇਆ ਬਰੋਬਰ ਹੋਵੇ, ਦਿਲ ਵਿੱਚ ਤੂੰ ਵਸਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਵੀਨ ਭਵਾਨੀਗੜ੍ਹ ਤੋਂ। ਜਿਨੇ ਵੀ ਦੇਸ਼ ਵਿਦੇਸ਼ ਵਿੱਚ ਬੈਠ ਕੇ ਸਾਡੇ YouTube ਚੈਨਲ ਵੇਖ ਰਹੇ ਨੇ, ਉਹਨਾਂ ਸਾਰੇ ਹੀ ਤਮਾਮ ਦਰਸ਼ਕਾਂ ਦਾ ਮੈਂ ਤਹਿ ਦਿਲ ਤੋਂ ਸਵਾਗਤ ਕਰਦੀ ਹਾਂ। ਜੀ ਹਾਂ, ਜਿੱਦਾਂ ਕਿ ਤੁਸੀਂ ਦੇਖਦੇ ਰਹਿੰਦੇ ਸਾਡੇ ਇਸ ਪ੍ਰੋਗਰਾਮ ਨੂੰ ਖਾਸ ਮੁਲਾਕਾਤ, ਅਸੀਂ ਖਾਸ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਰਹਿੰਦੇ ਹਾਂ। ਇਸ ਵਾਰ ਤੁਹਾਨੂੰ ਦੱਸ ਦੇਵਾਂ, ਜੋ ਮੈਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮਿਲਵਾਉਣ ਜਾ ਰਹੀ ਹਾਂ ਜਿਨ੍ਹਾਂ ਨੇ ਕਿ ਐਜ਼ ਆ ਰਾਈਟਰ ਦੇ ਤੌਰ 'ਤੇ, ਐਜ਼ ਆ ਐਂਕਰ ਦੇ ਤੌਰ 'ਤੇ, ਐਜ਼ ਆ ਬਹੁਤ ਵਧੀਆ ਮਤਲਬ ਹਾਈ ਲੈਵਲ ਦੇ ਪ੍ਰੋਜੈਕਟ ਉਹ ਕਰ ਚੁੱਕੇ ਨੇ, ਅਤੇ ਅੱਜ ਉਹਨਾਂ ਦਾ ਸੌਂਗ ਵੀ ਰਿਲੀਜ਼ ਹੋਣ ਜਾ ਰਿਹਾ, ਤੇ ਮੈਂ ਤੁਹਾਨੂੰ ਉਹਨਾਂ ਨਾਲ ਮਿਲਵਾਉਣ ਜਾ ਰਹੀ ਹਾਂ ਪੂਜਾ ਸੰਧੂ ਜੀ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਹੀ ਵਧੀਆ। ਤੇ ਹੋਰ ਸੁਣਾਓ ਜੀ, ਕਿਵੇਂ ਹੋ? ਬਹੁਤ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਬਾਕੀ ਕੰਮ ਕਰ ਕਿਵੇਂ ਚੱਲ ਰਿਹਾ? ਕੰਮ ਕਰ ਵੀ ਬਹੁਤ ਵਧੀਆ ਜੀ। ਮੈਡਮ, ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਤੁਹਾਡੇ ਨਾਲ ਜੁੜੀਆਂ। ਤੁਸੀਂ ਮਤਲਬ ਕਿ ਇੰਨਾ ਜ਼ਿਆਦਾ ਮੁਕਾਮ ਹਾਸਲ ਕੀਤਾ, ਕੀ ਤੁਹਾਨੂੰ ਸੈਕਰੀਫਾਈਸ ਕਰਨਾ ਪਿਆ, ਬਹੁਤ ਜ਼ਿਆਦਾ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਊਗਾ। ਤੇ ਸ਼ੁਰੂਆਤ ਕਰਦੇ ਹਾਂ ਤੁਹਾਡੇ ਜਨਮ ਤੋਂ। ਜਨਮ ਦੀ ਜੇ ਗੱਲ ਕਰਾਂ ਤਾਂ ਮੈਂ ਬੇਸਿਕਲੀ ਫਰੋਮ ਜਲੰਧਰ ਹੀ ਹਾਂ ਜੀ, ਅਤੇ ਜਲੰਧਰ 'ਚ ਹੀ ਪੈਦਾ ਹੋਈ ਹਾਂ, ਅਤੇ ਜੋ ਵੀ ਮੈਂ ਕੰਮ ਦੀ ਸ਼ੁਰੂਆਤ ਕੀਤੀ ਹੈ ਸਾਰਾ ਕੁਝ ਉੱਥੋਂ ਹੀ ਕੀਤਾ। ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਕਿ ਜਦੋਂ ਥੋੜ੍ਹੀ ਜਿਹੀ ਹੋਸ਼ ਸੰਭਾਲੀ ਆ, ਅਤੇ ਜਦੋਂ ਅਸੀਂ ਕਾਲਜ ਦੇ ਵਿੱਚ ਸੀਗੇ, ਗੇਮ ਵਗੈਰਾ ਕੀਤੀ ਹੈ, ਅਤੇ ਉਸ ਤੋਂ ਬਾਅਦ ਹੀ ਅਸੀਂ ਥੋੜ੍ਹਾ ਜਿਹਾ ਘਰੋਂ ਬਾਹਰ ਨਿਕਲੇ, ਮਤਲਬ ਜਲੰਧਰ ਤੋਂ ਬਾਹਰ ਨਿਕਲੇ ਕਹਿ ਸਕਦੇ ਹੋ, ਅਤੇ ਫਿਰ ਬਸ ਜਿਹੜਾ ਉਹ ਬਾਹਰ ਇੱਕ ਵਾਰੀ ਪੈਰ ਰੱਖਿਆ, ਅਤੇ ਉਸ ਤੋਂ ਬਾਅਦ ਫਿਰ ਸਫ਼ਰ ਚੱਲਦਾ ਹੀ ਰਿਹਾ ਅੱਗੇ ਅੱਗੇ। ਤੇ ਮੈਡਮ, ਆਪਾਂ ਸ਼ੁਰੂਆਤ ਕਰਦੇ ਹਾਂ, ਪਹਿਲਾਂ ਬਾਕੀ ਦੀ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿੱਚ ਕਰਾਂਗੇ। ਜਿਹੜਾ ਤੁਹਾਡਾ ਅੱਜ ਰੀਸੈਂਟਲੀ ਸੌਂਗ ਰਿਲੀਜ਼ ਹੋਣ ਜਾ ਰਿਹਾ, ਉਹਦੇ ਦੋ ਕੁ ਬੋਲ ਸਾਡੇ ਦਰਸ਼ਕਾਂ ਦੇ ਰੂਬਰੂ ਹਾਂਜੀ ਜ਼ਰੂਰ। ਬਹੁਤ ਘੈਂਟ ਹੈ ਜੀ, ਸੀਰੀਅਸਲੀ ਮਤਲਬ ਮੈਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ। ਮੈਂ ਤੁਹਾਨੂੰ ਮੈਂ ਨਹੀਂ ਦੱਸੂੰਗੀ ਇਹਨਾਂ ਦੇ ਬਾਰੇ, ਆਪਾਂ ਖੁਦ ਇਹਨਾਂ ਦੇ ਮੂੰਹੋਂ ਸੁਣਦੇ ਹਾਂ। ਤੁਸੀਂ ਕੀ ਵਰਕ ਕਰ ਲੈਂਦੇ ਹੋ? ਵਰਕ ਤਾਂ ਇੱਦਾਂ ਹੈ ਕਿ ਆਲ ਰਾਊਂਡਰ ਹੀ ਹਾਂ। ਸੋ ਮੈਨੂੰ ਪਹਿਲੀ ਗੱਲ ਤਾਂ ਇਹ ਦੱਸ ਦਿੰਦੀ ਹਾਂ ਸਭ ਨੂੰ ਕਿ ਐਜ਼ ਐਨ ਜਿਹੜਾ ਐਂਕਰ ਉਹ ਵੀ ਮੈਂ ਕੰਮ ਕੀਤਾ ਹੋਇਆ, ਐਜ਼ ਐਨ ਐਕਟਰ ਤੁਸੀਂ ਮੈਨੂੰ ਬਹੁਤ ਸਾਰੀਆਂ ਮੂਵੀਜ਼ ਐਂਡ ਸੀਰੀਅਲ ਦੇ ਵਿੱਚ ਵੇਖਿਆ ਹੋਏਗਾ, ਐਡਸ ਕੀਤੀਆਂ ਨੇ ਬਹੁਤ ਸਾਰੀਆਂ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਮੈਨੂੰ ਇੱਦਾਂ ਲੱਗਾ ਕਿ ਇਕੱਲਾ ਜਿਹੜਾ ਸਾਡਾ ਏਰੀਆ ਲਾਈਕ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਇੱਕ ਘੇਰਾ ਹੁੰਦਾ ਆਲੇ ਦੁਆਲੇ, ਸਾਨੂੰ ਉਹਨੂੰ ਵੱਡਾ ਕਰਨਾ ਚਾਹੀਦਾ ਆ। ਕਿਉਂਕਿ ਕੀ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਲਾਈਨ ਦੇ ਵਿੱਚ ਆਉਂਦੇ ਹਾਂ, ਅਤੇ ਇਕੱਲਾ ਇਹ ਹੀ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਉੱਥੇ ਇੱਕ ਜਗ੍ਹਾ 'ਤੇ ਸੀਮਿਤ ਕਰ ਲਈਏ, ਹੈ ਨਾ। ਅਤੇ ਜੇ ਸਾਨੂੰ ਲੱਗਦਾ ਕਿ ਅਸੀਂ ਅੱਗੇ ਕੁਛ ਕਰ ਸਕਦੇ ਹਾਂ, ਅਸੀਂ ਆਪਣੇ ਘੇਰੇ ਨੂੰ ਵਧਾ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਹੋਰ ਐਕਸਪੋਜ਼ਰ ਦੇ ਸਕਦੇ ਹਾਂ, ਅਤੇ ਉੱਥੇ ਵੀ ਤੁਹਾਨੂੰ ਟਰਾਈ ਕਰਨਾ ਚਾਹੀਦਾ। ਅਤੇ ਮੇਰੀ ਸ਼ੁਰੂ ਤੋਂ ਹੀ ਇਹ ਆਦਤ ਰਹੀ ਆ ਇੱਕ, ਕਿ ਹਮੇਸ਼ਾ ਕੋਸ਼ਿਸ਼ ਮੇਰੀ ਇਹ ਰਹਿੰਦੀ ਸੀਗੀ ਕਿ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣਾ। ਮਤਲਬ ਮੈਂ ਨਾ ਬਹੁਤ ਜਲਦੀ ਕਿਸੇ ਚੀਜ਼ ਤੋਂ ਬੋਰ ਹੋ ਜਾਂਦੀ ਹਾਂ, ਕਹਿ ਲਓ ਕਿ ਜੇ ਮੈਂ ਹੁਣ ਐਕਟ ਕਰ ਰਹੀ ਹਾਂ ਤਾਂ ਮੈਨੂੰ ਤਾਂ ਲੱਗਦਾ ਕਿ ਯਾਰ ਮੈਂ ਇੱਕੋ ਚੀਜ਼ ਕਦੋਂ ਕਰੀ ਜਾ ਰਹੀ ਹਾਂ, ਮੈਨੂੰ ਕੁਝ ਹੋਰ ਕਰਨਾ ਚਾਹੀਦਾ। ਜਦੋਂ ਮੈਂ RJ ਸੀ ਆਲ ਇੰਡੀਆ ਰੇਡੀਓ ਦੇ ਵਿੱਚ, ਅਤੇ ਮੈਨੂੰ ਇੱਦਾਂ ਲੱਗਾ ਕਿ ਮੈਂ ਜਦੋਂ ਸਾਲ ਇੱਕ ਕੰਮ ਕੀਤਾ, ਫਿਰ ਮੈਨੂੰ ਲੱਗਾ ਨਹੀਂ ਬਸ ਬਹੁਤ ਹੋ ਗਿਆ, ਹੁਣ ਕੁਝ ਹੋਰ ਕਰਨਾ ਚਾਹੀਦਾ। ਫਿਰ ਜਦੋਂ ਉਹ ਕੰਪਲੀਟ ਹੋਇਆ, ਦੈਨ ਫਿਰ ਮੇਰਾ ਮਤਲਬ ਸਿੰਗਿੰਗ ਦਾ ਇੱਦਾਂ ਹੁੰਦਾ ਕਿ ਬਾਥਰੂਮ ਸਿੰਗਰ ਤਾਂ ਪਹਿਲਾਂ ਸਾਰੇ ਹੀ ਹੁੰਦੇ ਨੇ। ਸੋ ਮੈਨੂੰ ਇੱਦਾਂ ਲੱਗਾ ਕਿ ਸ਼ਾਇਦ ਮੇਰੀ ਵੋਕਲ ਜਿਹੜੀ ਆ ਉਹ ਸਟਰੋਂਗ ਆ। ਮੈਨੂੰ ਲੱਗਦਾ ਮੇਰੀ ਵੋਕਲ ਮੈਨੂੰ ਸਿੱਧੀ ਜਿਹੀ ਗੱਲ ਪੈਸਾ ਦੇ ਰਹੀ ਆ, ਆਪਾਂ ਕਹਿ ਸਕਦੇ ਹਾਂ, ਕਿਉਂਕਿ ਮੈਂ ਮੋਸਟਲੀ ਬਹੁਤ ਸਾਰੀਆਂ ਮੂਵੀਜ਼ ਦੀ ਡਬਿੰਗਸ ਕੀਤੀਆਂ ਨੇ, ਜਿੰਨੀਆਂ ਵੀ ਲੀਡਸ ਦੀਆਂ ਡਬਿੰਗਸ ਨੇ ਪੰਜਾਬੀ ਦੇ ਵਿੱਚ, ਮੋਸਟਲੀ ਮੈਂ ਉਹ ਕਰਦੀ ਰਹੀ। ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਇੱਕ ਵਾਰੀ ਮੈਨੂੰ ਟਰਾਈ ਕਰਨਾ ਚਾਹੀਦਾ। ਮੈਂ ਬਿਲਕੁਲ ਨਹੀਂ ਸੋਚਿਆ ਸੀਗਾ ਕਿ ਮਤਲਬ ਮੈਂ ਸਿੰਗਰ ਬਣਨਾ ਜਾਂ ਮੈਂ ਐਜ਼ ਅ ਸਿੰਗਰ ਆਊਂਗੀ ਮਾਰਕੀਟ 'ਚ, ਕਦੇ ਵੀ ਮੈਂ ਤਾਂ ਨਹੀਂ ਸੋਚਿਆ ਸੀ। ਬਟ ਮੈਂ ਸ਼ੌਂਕ ਦੇ ਲਈ, ਉਹੀ ਗੱਲ ਕਿ ਮੈਂ ਕੁਛ ਨਵਾਂ ਕਰਨਾ ਚਾਹੁੰਦੀ ਸੀ। ਫਿਰ ਬਸ ਉਸ ਤੋਂ ਬਾਅਦ ਕਲਾਸਿਸ ਲੈਣੀਆਂ ਸ਼ੁਰੂ ਕੀਤੀਆਂ ਮੈਂ ਲਗਾਤਾਰ, ਮੇਰੇ ਗੁਰੂ ਜੀ ਜੇ ਰਿਆਜ਼ ਜੀ ਦੇ ਕੋਲੋਂ। ਅਤੇ ਉਸ ਤੋਂ ਬਾਅਦ ਬਸ ਫਿਰ ਇੱਦਾਂ ਲੱਗਾ ਇੱਕ ਦਿਨ ਬੈਠੇ ਕਿ ਕੁਛ ਕਰਨਾ ਚਾਹੀਦਾ ਸਿੰਗਿੰਗ ਦੇ ਵਿੱਚ। ਸਰ ਕਹਿੰਦੇ ਆਪਾਂ ਰਿਕਾਰਡ ਕਰਦੇ ਹਾਂ, ਇੱਕ ਵਾਰੀ ਦੀ ਗੱਲ ਆ। ਅਤੇ ਮੈਂ ਕਿਹਾ ਸਰ ਹਜੇ ਮੈਨੂੰ ਇੱਦਾਂ ਲੱਗਦਾ ਕਿ ਮੇਰੀ ਵੋਕਲ ਉਸ ਲੈਵਲ ਦੀ ਨਹੀਂ ਆ, ਜਾਂ ਮੈਂ ਕੁਛ ਰਿਕਾਰਡ ਕਰ ਸਕਦੀ ਹਾਂ, ਜਾਂ ਮਤਲਬ ਮੈਂ ਗਾ ਸਕਦੀ, ਹਜੇ ਮੈਨੂੰ ਇੱਦਾਂ ਲੱਗ ਰਿਹਾ, ਆਪਣੇ ਆਪ 'ਤੇ ਕੌਨਫੀਡੈਂਸ ਨਹੀਂ ਹੁੰਦਾ। ਅਤੇ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੀ ਮੇਰੀ ਇੱਕ ਪਲੱਸ ਪੁਆਇੰਟ ਵੀ ਕਹਿ ਸਕਦੇ ਹਾਂ, ਮਾੜਾ ਵੀ ਕਹਿ ਸਕਦੇ ਹਾਂ, ਕੁਝ ਵੀ, ਕਿ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਨਿੰਦਦੀ ਹਾਂ। ਕਿ ਜੇ ਮੈਨੂੰ ਲੱਗਦਾ ਕਿ ਮੇਰੇ 'ਚ ਕੋਈ ਕਮੀ ਹੈ, ਤਾਂ ਮੈਂ ਉਸ ਨੂੰ ਸਵੀਕਾਰ ਕਰਦੀ ਹਾਂ, ਐਂਡ ਮੈਂ ਉਸ 'ਤੇ ਕੰਮ ਕਰਦੀ ਹਾਂ, ਅਤੇ ਮੈਂ ਕਹਿ ਦਿੰਦੀ ਮੈਨੂੰ ਆਹ ਚੀਜ਼ ਮੇਰੇ 'ਚ ਨਹੀਂ ਚੰਗੀ ਲੱਗ ਰਹੀ ਹੈ ਨਾ। ਅਤੇ ਨਹੀਂ ਤਾਂ ਕਈ ਹੁੰਦੇ ਆ ਕਿ ਆਪਾਂ ਇਹੀ ਗੱਲ ਕਰਦੇ ਹਾਂ ਹਮੇਸ਼ਾ ਕਿ ਮੈਂ ਬਹੁਤ ਚੰਗਾ ਕੀਤਾ, ਮੈਂ ਬਹੁਤ ਵਧੀਆ ਕੀਤਾ, ਬਟ ਮੈਂ ਆਪਣੇ ਆਪ 'ਚ ਹਮੇਸ਼ਾ ਕਮੀ ਲੱਭਦੀ ਹਾਂ। ਸੋ ਉਹ ਮੈਨੂੰ ਲੱਗਦਾ ਕਿ ਜਿਹੜੀ ਉਹ ਆਪਣੇ ਆਪ 'ਚ ਇੱਕ ਕਮੀ ਲੱਭਣ ਵਾਲੀ ਗੱਲ ਆ ਨਾ, ਉਹੀ ਅੱਗੇ ਬੰਦੇ ਨੂੰ ਤੋੜਦੀ ਆ। ਸੋ ਬਸ ਫਿਰ ਉਦੋਂ ਮੈਂ ਕਿਹਾ ਸਰ ਹਜੇ ਟਾਈਮ ਨਹੀਂ ਹੈਗਾ ਉਸ ਚੀਜ਼ ਦਾ, ਮੈਂ ਫਿਰ ਮਨਾ ਕੀਤਾ ਉਹਨਾਂ ਨੂੰ। ਫਿਰ ਥੋੜ੍ਹੀ ਦੇਰ ਬਾਅਦ ਜਦੋਂ ਅਸੀਂ ਬੈਠੇ ਸੀ, ਸਾਡੀ ਥੀਏਟਰ ਟੀਮ ਹੈ ਇੱਕ ਤਾਂ,
ਸਾਡਾ ਬਹੁਤ ਵੱਡਾ ਸਰਕਲ ਆ, ਹੈ ਨਾ, ਚੰਗੇ ਦੋਸਤ ਨੇ ਸਾਡੇ ਨਾਲ ਜੁੜੇ ਹੋਏ, ਅਤੇ ਉਹਨਾਂ ਨੇ, ਉਹ ਸਾਡੀ ਆਦਤ ਹੈ ਕਿ ਕੁਛ ਵੀ ਸਾਡਾ ਕੋਈ ਵੀ ਕੰਮ ਹੁੰਦਾ ਆ ਅਸੀਂ ਇੱਕ ਦੂਜੇ ਨੂੰ ਸੁਣਾਉਂਦੇ ਜ਼ਰੂਰ ਆ, ਹੈ ਨਾ। ਅਤੇ ਬਸ ਇੱਦਾਂ ਇੱਕ ਦਿਨ ਬੈਠੇ ਸੀਗੇ ਅਤੇ ਮੇਰੇ ਨਾਲ ਮੰਨਾ ਮੰਨ ਜੀ ਨੇ, ਜਿਹੜੇ ਖੁਦ ਵੀ ਬਹੁਤ ਚੰਗੇ ਸਿੰਗਰ ਨੇ, ਰਾਈਟਰ ਨੇ ਅਤੇ ਐਕਟਰ ਵੀ ਨੇ, ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਪਲੇਬੈਕ ਸਿੰਗਿੰਗ ਕਰ ਚੁੱਕੇ ਨੇ। ਤਾਂ ਉਹਨਾਂ ਨੇ ਮੈਨੂੰ ਮਤਲਬ ਗੀਤ ਸੁਣਾਇਆ, ਕਹਿੰਦੇ ਆਹ ਵਾਲਾ ਇੱਦਾਂ ਦਾ ਮੈਂ ਲਿਖਿਆ, ਆਹ ਲਿਖਿਆ। ਬਸ ਉਹ ਨਾ ਪਹਿਲਾਂ ਹੀ ਫਿਰ ਮੈਂ ਕਹਿਤਾ ਕਿ ਨਹੀਂ ਆਹ ਗੀਤ ਮੈਂ ਕਰੂੰਗੀ, ਹੈ ਨਾ। ਅਤੇ ਹਾਲਾਂਕਿ ਮੇਰਾ ਕੋਈ ਪਲਾਨ ਨਹੀਂ ਸੀਗਾ, ਬਟ ਪਤਾ ਨਹੀਂ ਮੈਨੂੰ ਚੰਗਾ ਲੱਗਾ, ਮੈਂ ਕਿਹਾ ਮੈਂ ਆਹ ਸੌਂਗ ਕਰਨਾ ਚਾਹੁੰਦੀ ਹਾਂ। ਕਹਿੰਦੇ ਚਲੋ ਠੀਕ ਆ, ਫਿਰ ਆਪਾਂ ਟਰਾਈ ਕਰ ਲੈਂਦੇ ਹਾਂ। ਉਹਨਾਂ ਨੇ ਹੀ ਮਿਊਜ਼ਿਕ ਕੀਤਾ ਆ, ਮੰਨਾ ਮੰਨ ਜੀ ਨੇ। ਅਤੇ ਫਿਰ ਜਦੋਂ ਅਸੀਂ ਸਟੂਡੀਓ ਸੈਸ਼ਨ ਲਾਇਆ, ਸਾਨੂੰ ਲੱਗਾ ਕਿ ਅਸੀਂ ਕਰ ਸਕਦੇ ਹਾਂ ਇਹਨੂੰ। ਦੈਨ ਫਿਰ ਮਿਊਜ਼ਿਕ ਕੀਤਾ ਅਸੀਂ, ਮਿਊਜ਼ਿਕ ਕਰਕੇ ਉਸ ਤੋਂ ਬਾਅਦ ਗਾਇਆ, ਠੀਕ ਆ, ਬਣ ਗਿਆ, ਟਰੈਕ ਬਣ ਗਿਆ। ਅਤੇ ਉਸ ਤੋਂ ਬਾਅਦ ਵੀ ਸਾਨੂੰ ਇੱਦਾਂ ਸੀਗਾ ਕਿ ਫਾਈਨਲ ਟਰੈਕ ਹਜੇ ਸੀ, ਮਤਲਬ ਇੱਕ ਮਿਕਸ ਮਾਸਟਰ ਹੁੰਦਾ ਫਾਈਨਲ ਜਿਹੜਾ ਕਰਨਾ ਹੁੰਦਾ, ਅਤੇ ਉਹ ਨਹੀਂ ਸਾਨੂੰ ਹਜੇ ਫਾਈਨਲ ਹੋ ਰਿਹਾ ਸੀਗਾ। ਫਿਰ ਅਸੀਂ ਕਾਫੀ ਦੇਰ ਰੁਕੇ ਰਹੇ ਕਿ ਕੁਛ ਚੰਗਾ ਜਾਂ ਕੋਈ ਕੰਪਨੀ ਸਾਨੂੰ ਮਿਲਦੀ ਆ, ਅਤੇ ਅਸੀਂ ਕਿਸੇ ਵਧੀਆ ਕੰਪਨੀ ਦੇ ਥਰੂ ਆਉਣਾ ਚਾਹੁੰਦੇ ਸੀ। ਅਤੇ ਮੈਂ ਸ਼ੁਕਰਗੁਜ਼ਾਰ ਹਾਂ ਯੈਲੋ ਮਿਊਜ਼ਿਕ ਦਾ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ, ਪਲੈਟਫਾਰਮ ਦਿੱਤਾ ਕਿ ਅਸੀਂ ਆਪਣਾ ਉੱਥੇ ਸੌਂਗ ਜਿਹੜਾ ਹੈ ਉਹ ਰਿਲੀਜ਼ ਕਰ ਸਕੀਏ। ਸੋ ਬਸ ਫਾਈਨਲੀ ਫਿਰ ਸਾਨੂੰ ਯੈਲੋ ਮਿਊਜ਼ਿਕ ਮਿਲਿਆ, ਅਤੇ ਅਸੀਂ ਸਰ ਉਹਨਾਂ ਨਾਲ ਗੱਲ ਕੀਤੀ, ਅਤੇ ਦੈਨ ਉਹ ਕਹਿੰਦੇ ਕਿ ਠੀਕ ਆ ਆਪਾਂ ਕਰਦੇ ਹਾਂ ਇਸ ਸੌਂਗ ਨੂੰ, ਕਰਦੇ ਹਾਂ। ਹੁਣ ਤੁਹਾਡੇ ਸਾਹਮਣੇ ਆ। ਹਾਂ, ਤੇ ਰਿਆਜ਼ ਕਿੰਨਾ ਕੁ ਕਰਦੇ ਸੀਗੇ? ਰਿਆਜ਼ ਇੱਦਾਂ ਹੁੰਦਾ ਸੀਗਾ ਕਿ ਮੈਂ ਦੱਸਿਆ ਵੀ ਮੈਂ ਹਰ ਇੱਕ ਫੀਲਡ 'ਚ ਹੀ ਆਲਮੋਸਟ ਸੀ, ਕਿ ਮੈਂ ਐਜ਼ ਅ ਆਰਜੇ ਵੀ ਕੰਮ ਕਰ ਰਹੀ ਸੀ, ਐਜ਼ ਐਨ ਐਕਟਰ ਵੀ ਕੰਮ ਕਰ ਰਹੀ ਸੀ। ਫਿਰ ਜਿੱਦਾਂ ਜੋ ਕਲਾਸਿਸ ਹੁੰਦੀਆਂ ਸੀਗੀਆਂ ਸਾਡੀਆਂ, ਵੀਕਲੀ ਕਲਾਸਿਸ ਸੀ, ਉਹ ਮੈਂ ਜ਼ਰੂਰ ਲਗਾਉਂਦੀ ਹੁੰਦੀ ਸੀਗੀ। ਸੋ ਰਿਆਜ਼ ਤੋਂ ਬਗੈਰ ਤਾਂ ਨਹੀਂ ਹੋ ਸਕਦਾ ਕੁਛ ਵੀ ਨਾ। ਹਾਂ, ਫਾਸਟ ਫੂਡ ਖਾਂਦੇ ਹੋ? ਨਹੀਂ, ਮੈਂ ਇੱਕ ਗੱਲ ਹੋਰ ਐਡ ਕਰ ਦਿੰਦੀ ਹਾਂ, ਬਿਕਾਜ਼ ਮੈਂ ਸ਼ੁਰੂ ਤੋਂ ਪਲੇਅਰ ਰਹੀ ਹਾਂ, ਹੈ ਨਾ, ਮੈਂ ਗਰਾਊਂਡ ਦਾ ਹਿੱਸਾ ਰਹੀ ਹਾਂ। ਸੋ ਤੁਹਾਨੂੰ ਪਤਾ ਵੀ ਸਪੋਰਟਸ ਪਰਸਨ ਤਾਂ ਇਹ ਚੀਜ਼ਾਂ ਅਵੋਇਡ ਕਰਦੇ ਨੇ। ਖਾਂਦੇ ਜ਼ਰੂਰ ਹੈ, ਇਹ ਨਹੀਂ ਕਿ ਮੈਂ ਨਹੀਂ ਖਾਂਦੀ, ਝੂਠ ਨਹੀਂ ਬੋਲੂਗੀ, ਅਤੇ ਖਾਂਦੇ ਆ, ਬਟ ਇੱਦਾਂ ਹੈ ਕਿ ਬਹੁਤ ਲਿਮਿਟਡ ਹੁੰਦਾ, ਕਿਉਂਕਿ ਮੇਰੀ ਜਿਹੜੀ ਬਾਡੀ ਆ, ਮੈਨੂੰ ਲੱਗਦਾ ਕਿ ਉਹ ਮੇਰਾ ਸਾਥ ਦਿੰਦੀ ਆ। ਜਦੋਂ ਵੀ ਮੈਂ ਕੁਛ ਜ਼ਿਆਦਾ ਗਲਤ ਖਾ ਲਾਂ ਜਾਂ ਕੁਛ ਵੀ ਆ, ਉਹ ਮੈਨੂੰ ਅੰਦਰੋਂ ਹੀ ਬਸ ਖਤਮ, ਹੁਣ ਨਾ ਖਾਈ ਹੋਰ, ਅਤੇ ਇੱਦਾਂ ਹੋ ਜਾਂਦਾ। ਬਟ ਸ਼ੁਰੂ ਤੋਂ ਫਿਰ ਪਲੇਅਰ ਰਹੀ ਹਾਂ, ਮੈਂ ਜਿਮ ਕੋਚ ਰਹੀ ਹਾਂ, ਸਵਿਮਿੰਗ ਕੋਚ ਰਹੀ ਹਾਂ। ਸੋ ਉਹਦੇ ਵਿੱਚ ਕੀ ਸੀਗਾ ਕਿ ਮੈਂ ਬਹੁਤ ਅਵੋਇਡ ਕੀਤਾ ਸਾਰੀਆਂ ਚੀਜ਼ਾਂ ਨੂੰ, ਮਤਲਬ ਫਿਟਨੈਸ ਕੌਨਸ਼ੀਅਸ ਮੈਂ ਸ਼ੁਰੂ ਤੋਂ ਰਹੀ ਹਾਂ। ਦਿਲ ਵਿੱਚ ਤੂੰ ਵਸਦਾ, ਦਿਲ ਵਿੱਚ ਤੂੰ ਵਸਦਾ, ਹੋਰ ਰੱਖ ਵੀ ਕੋਈ ਨਾ ਹੋਵੇ, ਤੇਰੀ ਮੇਰੀ ਇੱਕ ਜਿੰਦੜੀ, ਬਾਜੋ ਤੇਰੇ ਜਿੰਦੜੀ, ਸਾਡੀ ਮੋਇਆ ਬਰੋਬਰ ਹੋਵੇ, ਦਿਲ ਵਿੱਚ ਤੂੰ ਵਸਦਾ। ਮੈਂ ਸਿੱਧੀ ਇਨ ਸ਼ਾਰਟ ਦੱਸਦੀ ਹਾਂ, ਕਿਉਂਕਿ ਸਟੋਰੀ ਤਾਂ ਲੰਬੀ ਆ। 2015 'ਚ ਮੈਂ ਜਦੋਂ ਸ਼ੁਰੂਆਤ ਕੀਤੀ ਸੀ, ਉਦੋਂ ਮੈਂ ਐਜ਼ ਐਨ ਐਕਟਰ ਹੀ ਕੀਤੀ ਸੀਗੀ, ਹੈ ਨਾ। ਅਤੇ ਉਦੋਂ ਆਡੀਸ਼ਨ ਦੇਣ ਗਈ ਸੀਗੀ ਮੈਂ, ਅਤੇ ਇੱਕ ਆਡੀਸ਼ਨ ਮੇਰਾ ਕਲੀਅਰ ਹੋ ਗਿਆ ਸੀ। ਹਾਲਾਂਕਿ ਮੈਨੂੰ ਕੋਈ ਉਮੀਦ ਨਹੀਂ ਸੀਗੀ ਕਿ ਉੱਥੇ ਮੇਰਾ ਕੁਛ ਹੋਊਗਾ, ਕਿਉਂਕਿ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਇਹ ਦੱਸਦੀ ਕਿ ਮੇਰੇ ਜੂਨੀਅਰ ਦੀ ਕਾਲ ਆਈ ਸੀ ਮੈਨੂੰ, ਕਹਿੰਦੇ ਵੀ ਤੁਸੀਂ ਉੱਥੇ ਆਡੀਸ਼ਨ ਵਾਸਤੇ ਆ ਜਾਓ। ਅਤੇ ਮੈਂ ਕਿਹਾ ਮੈਂ ਆਡੀਸ਼ਨ ਮਤਲਬ ਮੈਂ ਨਹੀਂ ਦੇ ਸਕਦੀ, ਹੈ ਨਾ, ਕਿਉਂਕਿ ਯੂਥ ਫੈਸਟ ਕੀਤਾ ਸੀ ਪਹਿਲਾਂ, ਕੌਨਫੀਡੈਂਸ ਸੀਗਾ, ਬਟ ਮੈਨੂੰ ਇੱਦਾਂ ਲੱਗਦਾ ਸੀ ਕਿ ਨਹੀਂ ਯਾਰ ਮੈਂ ਮੇਰੇ ਤੋਂ ਕਿੱਥੇ ਹੋਣਾ ਸਭ ਕੁਛ। ਬਟ ਆਡੀਸ਼ਨ ਦੇਣਗੇ, ਆਡੀਸ਼ਨ ਕਲੀਅਰ ਹੋ ਗਿਆ। ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਤੁਸੀਂ ਇੱਦਾਂ ਸਿਲੈਕਟ ਹੋ ਗਏ ਹੋ ਸ਼ਾਰਟ ਫਿਲਮ ਦੇ ਲਈ, ਤਾਂ ਤੁਸੀਂ ਆ ਜਾਓ। ਉਹ ਗੱਲ ਬਸ ਇੱਕ ਦਿਨ ਸ਼ੂਟ ਕੀਤਾ, ਫਿਰ ਐਕਟਿੰਗ ਦਾ ਅਜਿਹਾ ਕੀੜਾ ਲੱਗਾ ਜਿਹਨੂੰ ਕਹਿ ਸਕਦੇ ਹਾਂ। ਫਿਰ ਮੈਂ ਥੀਏਟਰ ਜੁਆਇਨ ਕੀਤਾ। ਉਸ ਤੋਂ ਬਾਅਦ ਮੈਂ ਸਿੱਖਣਾ ਚਾਹਿਆ, ਹੋਰ ਮੇਰੇ ਅੰਦਰ ਉਹ ਚਾਹਤ ਪੈਦਾ ਹੋਈ ਕਿ ਮੈਨੂੰ ਕਰਨਾ ਚਾਹੀਦਾ, ਮੈਨੂੰ ਸਿੱਖਣਾ ਚਾਹੀਦਾ। ਦੈਨ ਫਿਰ ਮੈਂ ਥੀਏਟਰ ਜੁਆਇਨ ਕੀਤਾ। ਜਿਹੜੇ ਮੇਰੇ ਥੀਏਟਰ ਦੇ ਗੁਰੂ ਨੇ ਨੀਰਜ ਕੌਸ਼ਿਕ ਸਰ, ਉਹਨਾਂ ਦੇ ਕੋਲੋਂ ਫਿਰ ਮੈਂ ਟ੍ਰੇਨਿੰਗ ਲਈ, ਉਹਨਾਂ ਨੇ ਮੈਨੂੰ ਸਿਖਾਇਆ, ਐਂਡ ਬਹੁਤ ਵਧੀਆ ਮਤਲਬ ਉਹਨਾਂ ਨੇ ਮੈਨੂੰ ਟ੍ਰੇਨ ਕੀਤਾ। ਸੋ ਉਹਨਾਂ ਦਾ ਸਿੱਖਿਆ ਹੋਇਆ ਮੈਨੂੰ ਲੱਗਦਾ ਕਿ ਮੈਂ ਹੁਣ ਅੱਗੇ ਕਰ ਰਹੀ ਹਾਂ ਕੰਮ। ਸੋ ਫਿਰ ਐਜ਼ ਐਨ ਐਕਟਰ ਉਦੋਂ ਕੀਤਾ। ਦੈਨ ਉਸ ਤੋਂ ਬਾਅਦ ਫਿਰ ਮੈਨੂੰ ਇੱਦਾਂ ਲੱਗਦਾ ਸੀਗਾ ਜਿੱਦਾਂ ਦੱਸਿਆ ਵੀ ਚੇਂਜ ਕਰਨਾ ਚਾਹੀਦਾ ਹੁਣ ਕੁਛ, ਅਤੇ ਵੋਕਲ 'ਤੇ ਆਈ। ਫਿਰ ਮੈਂ ਆਰਜੇ ਬਣ ਗਈ। ਆਲ ਇੰਡੀਆ ਰੇਡੀਓ ਦੇ ਵਿੱਚ ਮੈਂ ਐਗਜ਼ਾਮ ਦਿੱਤਾ ਪਹਿਲਾਂ, ਫਿਰ ਉਸ ਤੋਂ ਬਾਅਦ ਮੇਰਾ ਵੋਕਲ ਟੈਸਟ ਹੋਇਆ। ਦੈਨ ਫਿਰ ਮੈਂ ਸਿਲੈਕਟ ਹੋ ਗਈ, ਸੋ ਮੈਂ ਫਿਰ ਆਰਜੇ ਬਣ ਗਈ। ਦੈਨ ਉਸ ਤੋਂ ਬਾਅਦ ਬਸ ਫਿਰ ਡਬਿੰਗ ਦਾ ਹੌਲੀ ਹੌਲੀ ਚੱਲਣਾ ਸ਼ੁਰੂ ਹੋ ਗਿਆ। ਪੰਜਾਬੀ ਵੋਕਲਸ ਦੀ ਬਹੁਤ ਲੋੜ ਆ ਸਾਡੀ ਇੰਡਸਟਰੀ ਦੇ ਵਿੱਚ, ਹੈ ਨਾ। ਅਤੇ ਹੁਣ ਜਿੰਨੀਆਂ ਮੋਸਟਲੀ ਪੰਜਾਬੀ ਲੀਡਸ ਆਉਂਦੀਆਂ ਨੇ, ਜਿੱਦਾਂ ਹੁਣ ਬੱਬਰ ਵੀ ਆ ਰਹੀ ਹੈ, ਜੱਟ ਬ੍ਰਦਰ ਸੀ, ਗਿਰਧਾਰੀ ਲਾਲ ਸੀ, ਫੁੱਫੜ ਜੀ ਹੈ, ਪੇਂਟਰ ਆ ਰਹੀ ਆ, ਉਹ ਸਾਰਿਆਂ ਦੀ ਜਿਹੜੀ ਲੀਡਸ ਦੀ ਡਬਿੰਗ ਹੈ ਉਹ ਫਿਰ ਮੈਂ ਹੀ ਕੀਤੀ ਆ। ਤਾਂ ਤੁਸੀਂ ਦੇਖਿਆ ਵੀ ਆ, ਸਭ ਨੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਰਿਵਿਊ ਵੀ ਦਿੱਤੇ ਨੇ ਮੈਨੂੰ। ਦੈਨ ਫਿਰ ਉਸ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਸਿੰਗਰ। ਜ਼ਿਆਦਾ ਤੁਹਾਨੂੰ ਵਰਕ ਕਰਕੇ ਕਿਸ ਲਾਈਨ ਦੇ ਵਿੱਚ ਵਧੀਆ ਲੱਗਿਆ? ਮੇਰਾ ਸਾਰਾ ਹੀ ਮੈਨੂੰ ਸਭ ਕੁਝ ਵਧੀਆ ਲੱਗਦਾ। ਐਕਚੁਅਲੀ ਮੈਂ ਉਹੀ ਦੱਸਿਆ ਕਿ ਜਿੱਦਾਂ ਜਿਹੜੀ ਚੀਜ਼ ਸ਼ੁਰੂ ਕੀਤੀ ਉਹਦੇ ਵਿੱਚ ਮਜ਼ਾ ਆਇਆ ਤਾਂ ਹੀ ਸ਼ੁਰੂ ਕੀਤੀ, ਹੈ ਨਾ, ਸ਼ੌਂਕ ਸੀਗਾ ਮੈਨੂੰ। ਹਰੇਕ ਚੀਜ਼ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ। ਸਪੈਸ਼ਲੀ ਮੈਨੂੰ ਲੋਕਾਂ ਨਾਲ ਮਿਲਣਾ, ਲੋਕਾਂ ਨਾਲ ਗੱਲ ਕਰਨੀ ਬਹੁਤ ਚੰਗੀ ਲੱਗਦੀ, ਉਹਨਾਂ ਦੇ ਵਿਊਜ਼ ਜਾਣਨੇ ਚੰਗੇ ਲੱਗਦੇ, ਵਿਚਾਰ ਸਾਂਝੇ ਕਰਨੇ ਚੰਗੇ ਲੱਗਦੇ ਆ। ਸੋ ਆਰਜੇ ਜਿਹੜਾ ਸੀ, ਐਂਕਰ ਸੀ, ਉਹ ਉਸ ਚੀਜ਼ ਦਾ ਹਿੱਸਾ ਸੀਗਾ। ਐਕਟਿੰਗ ਜਿਹੜੀ ਸੀ ਉਹ ਮੈਨੂੰ ਇੱਦਾਂ ਲੱਗਦਾ ਮੇਰੀ ਰੂਹ ਦੀ ਖੁਰਾਕ ਆ। ਮੈਂ ਜਦੋਂ ਵੀ ਕਿਤੇ ਹੁਣ ਵੀ ਸੈਡ ਹੋ ਜਾਂਦੀ ਹਾਂ ਜਾਂ ਅਪਸੈਟ ਹੋ ਜਾਂਦੀ ਹਾਂ, ਤਾਂ ਮੈਨੂੰ ਇੱਦਾਂ ਲੱਗਦਾ ਕਿ ਜੇ ਮੈਨੂੰ ਕਿਤੇ ਸ਼ੂਟ ਆ ਜਾਏ
ਜੇ ਜਾਂ ਮੈਂ ਕੰਮ ਕਰ ਲਾਂ ਨਾ, ਮੈਂ ਬਿਲਕੁਲ ਰਿਲੈਕਸ ਹੋ ਜਾਂਦੀ ਹਾਂ। ਐਕਟਿੰਗ ਮੈਨੂੰ ਉਸ ਲੈਵਲ ਤੱਕ ਸੈਟੀਸਫੈਕਸ਼ਨ ਦਿੰਦੀ ਆ। ਸਿੰਗਿੰਗ ਜਿਹੜੀ ਆ, ਸਿੰਗਿੰਗ ਮੈਂ ਫਰੈਂਕਲੀ ਦੱਸਾਂ, ਮੈਂ ਬਸ ਸਿੱਖਣ ਲਈ ਮਤਲਬ ਇੱਦਾਂ ਸੀਗਾ ਕਿ ਕੁਝ ਕਰਦੇ ਆ, ਠੀਕ ਆ, ਟਰਾਈ ਕਰਦੇ ਆ, ਇਸ ਕਰਕੇ ਸ਼ੁਰੂ ਕੀਤੀ ਸੀ। ਬਟ ਜਿੱਦਾਂ ਮੈਂ ਹੁਣ ਅੱਗੇ ਸਿੰਗਿੰਗ ਨੂੰ ਮਤਲਬ ਜਾਣ ਰਹੀ ਹਾਂ, ਕਿਉਂਕਿ ਸਿੰਗਿੰਗ ਮਤਲਬ ਈਜ਼ੀ ਨਹੀਂ ਆ। ਮੈਂ ਇਹ ਬਿਲਕੁਲ ਕਹਿ ਸਕਦੀ ਹਾਂ ਕਿ ਤੁਸੀਂ ਸਿੱਧਾ ਗਾ ਨਹੀਂ ਸਕਦੇ ਕੁਝ ਵੀ, ਹੈ ਨਾ। ਤੁਹਾਡਾ ਸੁਰਾਂ 'ਤੇ ਕੰਟਰੋਲ ਹੋਣਾ ਚਾਹੀਦਾ ਆ, ਤੁਹਾਨੂੰ ਪਤਾ ਹੋਣਾ ਚਾਹੀਦਾ, ਨੌਲੇਜ ਹੋਣੀ ਚਾਹੀਦੀ ਆ, ਤੇ ਤੁਹਾਡਾ ਗਲਾ ਤਾਂ ਹੋਣਾ ਹੀ ਚਾਹੀਦਾ, ਹੈ ਨਾ। ਸੋ ਮੈਨੂੰ ਲੱਗਦਾ ਕਿ ਈਜ਼ੀ ਨਹੀਂ ਆ, ਹਜੇ ਵੀ ਮੇਰੇ ਲਈ ਈਜ਼ੀ ਨਹੀਂ ਆ। ਬਟ ਹਾਂ, ਮੈਂ ਟਰਾਈ ਜ਼ਰੂਰ ਕੀਤਾ। ਮੈਨੂੰ ਇੱਦਾਂ ਲੱਗਦਾ ਕਿ ਤੁਹਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਹਰ ਇੱਕ ਚੀਜ਼ ਦੇ ਵਿੱਚ। ਉਸ ਕਿੰਨੀ ਸਕਸੈਸਫੁਲ ਹੁੰਦੀ ਆ, ਕਿੰਨੀ ਨਹੀਂ ਹੁੰਦੀ ਆ, ਉਹ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਨਾ। ਸੋ ਮੇਰੀ ਇਹ ਕੋਸ਼ਿਸ਼ ਹੀ ਹੈ, ਇੱਕ ਮੈਂ ਐਵੇਂ ਕਹਾਂ ਤੁਹਾਨੂੰ, ਹੈ ਨਾ। ਸੋ ਹੁਣ ਮੈਨੂੰ ਸਿੰਗਿੰਗ 'ਚ ਮਜ਼ਾ ਆਉਣ ਲੱਗ ਗਿਆ। ਹੁਣ ਮੈਂ ਹਰੇਕ ਚੀਜ਼ 'ਤੇ ਕੰਮ ਕਰਦੀ ਹਾਂ, ਉਹਦੀਆਂ ਬਰੀਕ ਚੀਜ਼ਾਂ ਜਿਹੜੀਆਂ ਨੇ ਉਹ ਲੱਭਦੀਆਂ। ਅੱਛਾ ਸਰ, ਮੈਂ ਐਕਚੁਅਲੀ ਮੇਰੀ ਇੱਕ ਚੰਗੀ ਚੀਜ਼ ਵੀ ਆ, ਮਾੜੀ ਚੀਜ਼ ਵੀ ਹੈ, ਮੈਂ ਦਿਮਾਗ ਬਹੁਤ ਖਾਂਦੀ ਹਾਂ ਹਰੇਕ ਚੀਜ਼ ਨੂੰ ਲੈ ਕੇ। ਅਤੇ ਲੋਕ ਇਸ ਚੀਜ਼ ਨਾਲ ਥੋੜ੍ਹਾ ਜਿਹਾ ਤੰਗ ਵੀ ਹੋ ਜਾਂਦੇ ਨੇ। ਬਟ ਮੈਨੂੰ ਇੱਦਾਂ ਹੁੰਦਾ ਕਿ ਹਰੇਕ ਚੀਜ਼ 'ਚ ਪਰਫੈਕਸ਼ਨ ਹੋਣੀ ਚਾਹੀਦੀ ਆ, ਮੈਨੂੰ ਨੌਲੇਜ ਹੋਣੀ ਚਾਹੀਦੀ ਆ ਉਸ ਚੀਜ਼ ਦੀ ਨਾ। ਸੋ ਮੈਂ ਆਪਣੇ ਉਸਤਾਦ ਜੀ ਦਾ ਬਹੁਤ ਦਿਮਾਗ ਖਾਂਦੀ, ਸਰ ਇੱਥੋਂ ਇੱਦਾਂ ਕਿੱਦਾਂ, ਇੱਥੋਂ ਇੱਦਾਂ ਕਿੱਦਾਂ। ਫਿਰ ਕੋਈ ਵੀ ਆ ਮੇਰੇ ਸਾਹਮਣੇ, ਹੁਣ ਤੁਸੀਂ ਵੀ ਕੋਈ ਗੱਲ ਕਰ ਰਹੇ ਹੋਗੇ ਨਾ, ਅਤੇ ਜੇ ਮੈਨੂੰ ਲੱਗੂਗਾ ਕਿ ਮੈਨੂੰ ਇਸ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ, ਤਾਂ ਮੈਂ ਤੁਹਾਡਾ ਵੀ ਦਿਮਾਗ ਖਾਊਂਗੀ ਕਿ ਮੈਨੂੰ ਦੱਸੋ ਇਹ ਤੋਂ ਇੱਦਾਂ ਕਿੱਦਾਂ। ਅਤੇ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹਾਂ ਕਿ ਅਸੀਂ ਬਹੁਤ ਲੱਕੀ ਹਾਂ ਕਿ ਸਾਡੇ ਹਿੱਸੇ ਸਟਰਗਲ ਆਈ ਆ, ਕਿਉਂਕਿ ਸਟਰਗਲ ਜਿਹੜੀ ਆ ਨਾ, ਉਹ ਮੈਨੂੰ ਲੱਗਦਾ ਹਰੇਕ ਦੇ ਹਿੱਸੇ ਵੀ ਨਹੀਂ ਆਉਂਦੀ, ਜਾਂ ਹਰੇਕ ਬੰਦਾ ਉਸ ਨੂੰ ਨਿਭਾ ਨਹੀਂ ਪਾਉਂਦਾ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੋ ਤੁਸੀਂ ਸਿੱਖ ਲੈਂਦੇ ਹੋ ਨਾ, ਉਹੀ ਚੀਜ਼ ਜਿਹੜੀ ਆ ਉਹ ਤੁਹਾਡੇ ਅੱਗੇ ਜਾ ਕੇ ਕੰਮ ਆਉਂਦੀ। ਉਹੀ ਗੱਲ ਹੈ ਸੇਮ ਕਿ ਤੁਸੀਂ ਕਲਾਸਿਸ ਦੇ ਵਿੱਚ, ਸਕੂਲ ਦੀਆਂ ਕਲਾਸਿਸ ਦੇ ਵਿੱਚ ਪਹਿਲਾਂ ਪੜ੍ਹਦੇ ਹੋ, ਸਿੱਖਦੇ ਹੋ, ਅਤੇ ਐਗਜ਼ਾਮ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜ੍ਹੇ ਹੋ, ਹੈ ਨਾ। ਸੋ ਸੇਮ ਇਹੀ ਚੀਜ਼ ਹੁੰਦੀ ਆ ਕਿ ਸਟਰਗਲ ਦੇ ਦਿਨ ਤੁਹਾਨੂੰ ਸਿਖਾ ਜਾਂਦੇ ਆ ਕਿ ਤੁਸੀਂ ਫਾਈਨਲੀ ਕਿੱਥੇ ਸਟੈਂਡ ਕਰਦੇ ਆ। ਲਿਖਣ ਦਾ ਸ਼ੌਂਕ ਕਿਵੇਂ ਜਾਗਿਆ ਤੁਹਾਨੂੰ ਫਿਰ? ਲਿਖਣ ਦਾ ਸ਼ੌਂਕ ਇੱਦਾਂ ਸੀਗਾ ਕਿ ਮਤਲਬ ਉਹੀ ਦੱਸਾਂ ਕਿ ਮੈਂ ਕਦੇ ਸੋਚਿਆ ਨਹੀਂ ਵੀ ਮੈਂ ਕੀ ਕਰ ਰਹੀ ਹਾਂ, ਮੈਂ ਕਿਉਂ ਕਰ ਰਹੀ ਹਾਂ। ਮਤਲਬ ਮੇਰਾ ਜੋ ਇੱਦਾਂ ਦਿਲ 'ਚ ਆਇਆ ਮੈਂ ਕਰ ਲਿਆ। ਹੁਣ ਰਾਈਟਿੰਗ ਦਾ ਇੱਦਾਂ ਸੀ, ਸੌਰੀ, ਕਿ ਉਹਦੇ ਵਿੱਚ ਮੈਨੂੰ ਲੱਗਾ ਕਿ ਯਾਰ ਕੁਛ ਕਰਦੇ ਹਾਂ, ਟਰਾਈ ਕਰਦੇ ਹਾਂ, ਲਿਖ ਲੈਂਦੇ ਹਾਂ। ਪਲੇਸ ਕਾਲਜ ਦੇ ਵਿੱਚ ਲਿਖੇ, ਉਹਦੇ ਵਿੱਚੋਂ ਵੀ ਚਲੋ ਅੱਛਾ ਰਿਸਪੌਂਸ ਆਇਆ। ਫਿਰ ਉਸ ਤੋਂ ਬਾਅਦ ਮੈਂ ਰਾਈਟਿੰਗ ਛੱਡਤੀ ਸੀ, ਕਾਫੀ ਦੇਰ ਨਹੀਂ ਕੀਤੀ। ਪਰ ਰਾਈਟਿੰਗ ਇੱਦਾਂ ਆ ਕਿ ਮੈਂ ਇਹ ਨਹੀਂ ਹੈਗਾ ਕਿ ਮੈਨੂੰ ਤੁਸੀਂ ਕਹਿ ਦਿਓ ਲਿਖਦੇ ਨਹੀਂ, ਮੇਰਾ ਮੂਡ ਆ ਤਾਂ ਮੈਂ ਕਰ ਲੈਂਦੀ ਹਾਂ, ਹੈ ਨਾ, ਉਹਦੇ ਵਿੱਚ। ਕਿਉਂਕਿ ਤੁਹਾਨੂੰ ਵੀ ਪਤਾ ਵੀ ਹਰੇਕ ਚੀਜ਼ ਨੂੰ ਟਾਈਮ ਦੇਣਾ ਜ਼ਰੂਰੀ ਆ। ਹੁਣ ਕੁਛ ਮੈਂ ਸੌਂਗਸ ਲਿਖਣੇ ਸ਼ੁਰੂ ਕੀਤੇ ਆ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਅੱਗੇ ਜਾ ਕੇ ਸ਼ਾਇਦ ਕੀ ਪਤਾ ਹੁੰਦਾ ਆ ਯਾਰ, ਹੁਣ ਆਪਾਂ ਲਿਰਿਕਸ ਦੇ ਲਈ ਵਾਕਿਆਂ ਨੂੰ ਲੱਭਦੇ ਹਾਂ। ਮੈਂ ਪਰ ਇਹ ਗੱਲ ਨਹੀਂ ਹੈ ਕਿ ਮੈਂ ਚੰਗਾ ਲਿਖਦੀ ਹਾਂ ਜਾਂ ਜਿਵੇਂ ਵੀ ਆ, ਬਟ ਮੈਂ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਪਤਾ ਚੰਗਾ ਲਿਖਿਆ ਜਾਵੇ ਜਾਂ ਉਹ ਮੇਰੇ ਕੰਮ ਆ ਜਾਵੇ। ਸੋ ਇਸ ਕਰਕੇ ਮੈਨੂੰ ਲੱਗਦਾ ਗੋਡ ਗਿਫਟਡ ਆ ਤੁਹਾਨੂੰ ਹਰ ਇੱਕ ਚੀਜ਼ ਦਾ, ਹੈ ਨਾ। ਨਹੀਂ ਕਹਿ ਸਕਦੇ ਹੋ ਜਾਂ ਕਹਿ ਨਹੀਂ ਵੀ ਸਕਦੇ ਹੋ, ਕਹਿ ਲਓ। ਪਰਮਾਤਮਾ ਦੀ ਮਿਹਰ ਜ਼ਰੂਰ ਆ ਮੇਰੇ ਉੱਤੇ, ਹਮੇਸ਼ਾ ਰਹੀ ਆ। ਬਟ ਗੱਲ ਉਹੀ ਹੈ ਕਿ ਜਦੋਂ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੁੰਦੀ ਆ ਨਾ, ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ। ਮਤਲਬ ਜੇ ਤੁਹਾਨੂੰ ਕੁਝ ਵੀ ਨਹੀਂ ਆਉਂਦਾ, ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਨਾ, ਬਟ ਜੇ ਤੁਹਾਡੇ ਅੰਦਰ ਆ ਕਿ ਤੁਸੀਂ ਕਰਨਾ ਆ, ਤਾਂ ਦੈਨ ਤੁਸੀਂ ਕਰ ਸਕਦੇ ਆ। ਸੇ ਰੋਜ਼ ਆਪਣੇ ਆਪ ਨੂੰ ਨਿਖਾਰਦੇ ਰਹਿਣਾ ਚਾਹੀਦਾ। ਮੈਮ, ਜਿੱਦਾਂ ਜੇਕਰ ਦੇਖਿਆ ਜਾਵੇ, ਤੁਸੀਂ ਹਰ ਇੱਕ ਲਾਈਨ ਦੇ ਵਿੱਚ ਵਰਕ ਕੀਤਾ, ਬਹੁਤ ਜ਼ਿਆਦਾ ਤੁਸੀਂ ਮੁਸ਼ਕਿਲਾਂ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪਿਆ ਹੋਊਗਾ, ਉਹ ਤੁਸੀਂ ਜ਼ਰੂਰ ਸ਼ੇਅਰ ਕਰੋ। ਕਿਉਂਕਿ ਹੈ ਨਾ, ਬਹੁਤ ਜ਼ਿਆਦਾ ਮਤਲਬ ਕੁੜੀਆਂ ਨੇ ਜਿਹੜੀਆਂ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ, ਬਟ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਜਿਹੜੇ ਫਿਲਮ ਇੰਡਸਟਰੀ, ਆਪਾਂ ਸਾਰੇ ਤਾਂ ਨਹੀਂ ਕਹਾਂਗੇ, ਕੁਝ ਕੁ ਪਰਸਨ ਇੱਦਾਂ ਦੇ ਨੇ ਕਿ ਡੀਮੋਟੀਵੇਟ ਕਰਨ ਵਾਲੇ ਹੁੰਦੇ ਨੇ, ਜਾਂ ਫਿਰ ਲਾਈਕ ਜਿੱਦਾਂ ਇਹ ਵੀ ਕੁੜੀਆਂ ਦੇ ਪ੍ਰਤੀ ਕਿਹਾ ਜਾਂਦਾ ਕਿ ਕੰਪਰੋਮਾਈਜ਼ ਲਈ ਕਿਹਾ ਜਾਂਦਾ ਵੀ ਫਿਰ ਹੀ ਤੁਹਾਨੂੰ ਕਿਰਦਾਰ ਦਿੱਤਾ ਜਾਊਗਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਗੱਲਾਂ ਜਿਹੜੀਆਂ ਨੇ ਮਤਲਬ ਹਰੇਕ ਜਗ੍ਹਾ 'ਤੇ ਹੁੰਦੀਆਂ ਨੇ, ਠੀਕ ਆ। ਤੁਸੀਂ ਕਿਸੇ ਦੇ ਮਤਲਬ ਪਰਸਨਲ ਲਾਈਫ ਦੇ ਵਿੱਚ ਇੰਟਰਫੇਰੈਂਸ ਨਹੀਂ ਕਰ ਸਕਦੇ। ਸੋ ਮੈਂ ਇਹੀ ਗੱਲ ਕਹੂੰਗੀ ਕਿ ਇੱਥੇ ਬਹੁਤ ਸਾਰੇ ਤਰੀਕੇ ਨੇ ਕੰਮ ਕਰਨ ਦੇ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕੰਮ ਕਿੱਦਾਂ ਕਰਨਾ, ਸਿੱਧੇ ਰਸਤੇ ਜਾਣਾ, ਸ਼ਾਰਟਕਟ ਜਾਣਾ, ਹੈ ਨਾ, ਅਤੇ ਜਾਂ ਫਿਰ ਆਪਣੀ ਮਿਹਨਤ ਦੇ ਦਮ 'ਤੇ ਆਉਣਾ। ਸੋ ਮੈਂ ਪ੍ਰਾਊਡਲੀ ਕਹਿੰਦੀ ਹਾਂ, ਮਤਲਬ ਜਿਹੜੇ ਲੋਕ ਮੇਰੇ ਨਾਲ ਜੁੜੇ ਵੀ ਉਹ ਸਾਰੇ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਕੇ, ਮਿਹਨਤ ਕਰਕੇ। ਮਤਲਬ ਉਹ ਵੀ ਦਿਨ ਸੀਗੇ ਜਦੋਂ ਸਾਡੇ ਕੋਲੋਂ ਮਤਲਬ ਆਟੋ 'ਚ ਜਾਣ ਲਈ ਪੈਸੇ ਨਹੀਂ ਹੁੰਦੇ ਸੀ, ਹੈ ਨਾ, ਅਤੇ ਮੈਨੂੰ ਘਰਦਿਆਂ ਤੋਂ ਮੰਗਦੇ ਵੀ ਸ਼ਰਮ ਆਉਂਦੀ ਸੀ। ਹਾਲਾਂਕਿ ਮੈਨੂੰ ਲੱਗਦਾ 8th ਤੋਂ ਬਾਅਦ ਮੈਂ ਖੁਦ ਕਮਾਉਣਾ ਸ਼ੁਰੂ ਕੀਤਾ। 8th ਤੋਂ ਲੈ ਕੇ ਹੁਣ ਤੱਕ ਘਰਦਿਆਂ 'ਤੇ ਮੈਂ ਕਦੇ ਵੀ ਇੱਦਾਂ ਡਿਪੈਂਡੈਂਟ ਨਹੀਂ ਹੋਈ ਹੈਗੀ, ਹੈ ਨਾ। ਸੋ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਜ਼ਰੂਰੀ ਹੁੰਦੀ ਹੈ। ਐਜ਼ ਅ ਗਰਲ ਜਦੋਂ ਤੁਸੀਂ ਕਮਾਉਣਾ ਸ਼ੁਰੂ ਕਰ ਦਿੰਦੇ ਹੋ, ਫਿਰ ਤੁਹਾਡੇ ਅੰਦਰ ਕੌਨਫੀਡੈਂਸ ਲੈਵਲ ਬਹੁਤ ਆ ਜਾਂਦਾ ਕਿ ਤੁਸੀਂ ਕਮਾ ਰਹੇ ਹੋ। ਫਿਰ ਮੈਂ ਇੱਕੋ ਚੀਜ਼ ਸੋਚੀ ਸੀ ਵੀ ਕਰਨਾ ਤੇ ਆਪਾਂ ਸਿੱਧੇ ਤਰੀਕੇ ਨਾਲ ਹੀ ਕੰਮ ਕਰਨਾ ਆ। ਸੋ ਮੈਨੂੰ ਲੱਗਦਾ ਕਿ ਜੇ ਤੁਹਾਡੇ ਕੋਲ ਟੈਲੈਂਟ ਆ ਨਾ, ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ, ਹਾਂ ਇਹ ਆ ਸਮਾਂ ਜ਼ਰੂਰ ਲੱਗ ਜਾਂਦਾ ਚੀਜ਼ਾਂ ਨੂੰ, ਬਟ ਉਹੀ ਗੱਲ ਹੈ ਕਿ ਜੇ ਤੁਹਾਡੇ ਅੰਦਰ ਉਹ ਚੀਜ਼ ਹੈ ਕਿ ਮੈਂ ਕਰਨਾ ਆ, ਤੇ ਤੁਸੀਂ ਸਿੱਧੇ ਤਰੀਕੇ ਨਾਲ ਵੀ ਕੰਮ ਕਰ ਸਕਦੇ ਆ। ਕਿ ਪ੍ਰੈਸ਼ਰ ਬਹੁਤ ਹੁੰਦਾ, ਤੁਸੀਂ ਵਿਆਹ ਕਦੋਂ ਕਰਾਉਣਾ ਆ, ਵਿਆਹ ਦੀ ਉਮਰ ਹੋ ਰਹੀ ਆ, ਜੇ ਤੁਸੀਂ ਮਤਲਬ ਇੱਕ ਵਾਰੀ ਉਮਰ ਨਿਕਲ ਗਈ ਫਿਰ ਪਤਾ ਨਹੀਂ ਕਿੱਦਾਂ ਦਾ ਮਿਲਣਾ ਮੁੰਡਾ, ਕਿੱਦਾਂ ਦਾ ਨਹੀਂ, ਇੱਦਾਂ ਦੇ ਬੜੇ ਸਾਰੇ ਸਵਾਲ ਹੁੰਦੇ ਨੇ। ਸੋ ਮੇਰੇ ਉੱਤੇ ਵੀ ਸੀ ਪ੍ਰੈਸ਼ਰ ਇਹ। ਤਾਂ ਮਤਲਬ ਮੇਰੀਆਂ ਸਟੋਰੀ ਸਭ ਮਤਲਬ ਇੰਟਰਸਟਿੰਗ ਰਹੀਆਂ ਬਹੁਤ ਹਰੇਕ ਚੀਜ਼ ਦੇ ਵਿੱਚ। ਆਪਾਂ ਮਤਲਬ ਜ਼ਿਆਦਾ ਟਾਈਮ ਨਹੀਂ ਮੈਂ ਲਵਾਂਗੀ ਕਿਉਂਕਿ ਇਹਨੂੰ ਸ਼ਾਰਟ 'ਚ ਰੱਖਾਂਗੇ। ਮੇਰੇ ਨਾਲ ਕੀ ਹੋਇਆ ਸੀਗਾ ਕਿ ਜਦੋਂ ਮੈਂ ਇਸ ਲਾਈਨ 'ਚ ਆਉਣਾ ਸੀਗਾ ਨਾ, ਤਾਂ ਉਦੋਂ
ਕਿਸੇ ਨੂੰ ਨਹੀਂ ਪਤਾ ਸੀ ਵੀ ਮੈਂ ਸ਼ੂਟਿੰਗ ਕਰਦੀ ਹਾਂ। ਮੇਰੇ ਸਿਰਫ ਇੱਕ ਫਾਦਰ ਸਾਹਿਬ ਮਦਰ ਨੂੰ ਪਤਾ ਸੀਗਾ, ਤੇ ਉਹ ਵੀ ਇੱਕ ਸ਼ੂਟ ਜਦੋਂ ਕੰਪਲੀਟ ਹੋ ਗਿਆ ਨਾ, ਇੱਕ ਦਿਨ ਦਾ ਸੀਗਾ ਫਰਸਟ ਮੇਰਾ, ਉਹ ਕਹਿੰਦੇ ਵੀ ਹੁਣ ਨਹੀਂ ਕਰਨਾ ਕੰਮ, ਇਸ ਲਾਈਨ 'ਚ ਨਹੀਂ ਕੰਮ ਕਰਨਾ। ਕੋਈ ਸ਼ੁਰੂ ਤੋਂ ਉਹਨਾਂ ਨੂੰ ਸੀ ਮੈਂ ਕੋਈ ਗਵਰਨਮੈਂਟ ਜੌਬ ਕਰਾਂ, ਤੇ ਗਵਰਨਮੈਂਟ ਜੌਬਸ ਤੁਹਾਨੂੰ ਵੀ ਪਤਾ ਹੈ ਵੀ ਸਾਡੇ ਪੰਜਾਬ ਦੇ ਹਾਲਾਤ ਕੀ ਨੇ, ਹੈ ਨਾ। ਸੋ ਉਹ ਕਹਿੰਦੇ ਸੀ ਵੀ ਕਰ, ਮੈਂ ਕਿਹਾ ਚਲੋ ਦੇਖਦੇ, ਟਰਾਈ ਕਰਦੇ। ਫਿਰ ਉਹ ਗੱਲ ਸੀ ਵੀ ਅੰਦਰ ਹੁਣ ਮੈਨੂੰ ਇੱਦਾਂ ਸੀਗਾ ਕਿ ਮੈਂ ਐਕਟਿੰਗ ਕਰਨੀ ਆ। ਮੈਂ ਚੋਰੀ ਜਾ ਕੇ ਸ਼ੂਟ ਕਰਦੀ ਰਹੀ ਹਾਂ ਇੱਕ ਦੋ ਵਾਰੀ। ਬਸ ਮੰਮੀ ਨੇ ਮੇਰੇ ਬੈਗ ਦੇ ਵਿੱਚ ਕੱਪੜੇ ਵੀ ਵੇਖ ਲਏ ਕਿ ਆਹ ਕੱਪੜੇ ਕਿੱਥੇ ਲੈ ਕੇ ਚੱਲੀ ਆ, ਇੱਦਾਂ ਉੱਦਾਂ, ਹੈ ਨਾ। ਤਾਂ ਫਿਰ ਮੰਮੀ ਕਹਿੰਦੇ ਵੀ ਤੂੰ ਮੇਰੇ ਨਾਲ ਤਾਂ ਨਾ ਝੂਠ ਬੋਲ ਐਟਲੀਸਟ ਨਾ। ਫਿਰ ਮੈਂ ਉਹਨਾਂ ਨੂੰ ਦੱਸਤਾ ਵੀ ਮੈਂ ਕਰਨਾ ਚਾਹੁੰਦੀ ਹਾਂ। ਬਟ ਸਾਡੀ ਜਿੱਦਾਂ ਜੁਆਇੰਟ ਫੈਮਿਲੀ ਸੀਗੀ, ਮਤਲਬ ਮੇਰੇ ਘਰ 'ਚੋਂ ਮੈਨੂੰ ਲੱਗਦਾ ਮੈਂ ਫਸਟ ਹੀ ਬੱਚਾ ਆ ਕਿ ਜਿਹੜਾ ਘਰੋਂ ਬਾਹਰ ਨਿਕਲਿਆ। ਗੇਮ ਦੇ ਵਿੱਚ ਵੀ ਰਿਹਾ, ਮਤਲਬ ਨੈਸ਼ਨਲ ਰਹੀ ਹਾਂ ਮੈਂ ਬੈਡਮਿੰਟਨ ਦੇ ਵਿੱਚ, ਹੈ ਨਾ, ਸਪੋਰਟਸ ਦੇ ਵਿੱਚ। ਅਤੇ ਉਹ ਉਦੋਂ ਵੀ ਮੈਂ ਹੀ ਬਾਹਰ ਨਿਕਲੀ, ਗ੍ਰੈਜੂਏਟ ਵੀ ਮੈਂ ਹੀ ਹੋਈ। ਫਿਰ ਉਸ ਤੋਂ ਬਾਅਦ ਜਦੋਂ ਇਸ ਲਾਈਨ 'ਚ ਆਈ ਉਹ ਵੀ ਮੈਂ ਹੀ ਆਈ। ਮਤਲਬ ਸਭ ਤੋਂ ਪਹਿਲਾਂ ਜੋ ਵੀ ਘਰ 'ਚ ਹੋਇਆ ਨਾ ਇੱਦਾਂ ਦਾ ਕੁਝ, ਉਹ ਮੈਂ ਹੀ ਕੀਤਾ। ਫਿਰ ਹੋਇਆ ਕਿ ਮੇਰੇ ਨਾ ਕਿਸੇ ਨੇ ਅਜੀਤ ਨਿਊਜ਼ਪੇਪਰ ਦੇ ਵਿੱਚ ਨਿਊਜ਼ ਲਗਾਤੀ ਕਿ ਖਿਡਾਰਨ, ਆਈ ਥਿੰਕ ਕੁਛ, ਮੈਨੂੰ ਹੁਣ ਟਾਈਟਲ ਯਾਦ ਨਹੀਂ, ਉਹਨਾਂ ਨੇ ਖਿਡਾਰਨ ਬਣੀ ਅਦਾਕਾਰਾ, ਕੁਛ ਇੱਦਾਂ ਕਰਕੇ ਲਿਖਿਆ ਸੀਗਾ। ਉਹ ਹੁਣ ਸਾਡੀ ਇੱਕ ਬਹੁਤ ਸਾਰੀ ਵੱਡੀ ਫੈਮਿਲੀ ਆ, ਸਾਡੇ 42 ਜਣੇ ਜਿਹੜੇ ਇੱਕੋ ਹੀ ਫੈਮਿਲੀ 'ਚ ਨੇ, ਸਾਡੇ ਕਾਫੀ ਵੱਡੀ ਫੈਮਿਲੀ ਆ। ਸੋ ਸਾਡੀ ਮਤਲਬ ਸੋਚ ਨਹੀਂ ਸੀਗੀ ਉਹ ਨਾ ਫੈਮਿਲੀ ਦੀ ਵੀ ਇੱਦਾਂ ਵੀ ਕੁਛ ਹੋ ਸਕਦਾ। ਜਿਸ ਦਿਨ ਮੈਂ ਹੈ ਨਹੀਂ ਸੀ, ਮੈਂ ਮੈਚ ਖੇਡਣ ਗਈ ਹੋਈ ਸੀ ਬਾਹਰ, ਉਹ ਨਿਊਜ਼ਪੇਪਰ ਸਾਰੇ ਪਾਸੇ ਆ ਗਿਆ। ਸਾਡੇ ਘਰੇ ਨਿਊਜ਼ਪੇਪਰ ਸ਼ੁਰੂ ਤੋਂ ਹੀ ਆਉਂਦਾ ਸੀਗਾ। ਮੇਰੇ ਮਾਮਾ ਜੀ ਹੁਣਾਂ ਕੋਲ ਸਾਰੇ ਪਾਸੇ ਫੈਲ ਗਈ ਗੱਲ ਉਹ, ਅਤੇ ਮੈਨੂੰ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਮਤਲਬ ਇੰਨੀਆਂ ਗਾਲਾਂ ਪਈਆਂ, ਮਤਲਬ ਤੂੰ ਕਰ ਕੀ ਰਹੀ ਆ, ਤੇਰਾ ਆਹ ਕੀ ਕੰਮ ਸ਼ੁਰੂ ਹੋ ਗਿਆ, ਕੁਛ ਹੋਰ ਹੀ ਫੜ ਲਈ ਲਾਈਨ, ਇਹ ਉਹ ਇੱਦਾਂ ਦੀ ਕਰਕੇ ਨਾ। ਫਿਰ ਮੇਰੇ ਵੱਡੇ ਮਾਮਾ ਜੀ ਨੇ ਮੈਨੂੰ ਕਿਹਾ, ਕਿਉਂਕਿ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਗੋਦ ਲਿਆ, ਮੈਂ ਆਪਣੇ ਨਾਨਕੇ ਰਹੀ ਹਾਂ 8th ਤੱਕ, ਹੈ ਨਾ। ਅਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਜੇ ਤੇਰਾ ਦਿਲ ਕਰਦਾ ਕੰਮ ਕਰਨ ਨੂੰ ਤਾਂ ਤੂੰ ਕਰ, ਬਟ ਬਸ ਕਿਸੇ ਚੀਜ਼ ਦਾ ਉਲੰਭਣ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਆਹ ਗੱਲ ਕਹੀ ਸੀ। ਫਿਰ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਕੁਝ ਕਿਹਾ ਨਹੀਂ, ਕਿਉਂਕਿ ਉਹਨਾਂ ਤੋਂ ਸਾਰੇ ਡਰਦੇ ਸੀ। ਜੇ ਉਹਨਾਂ ਨੇ ਕਹਿ ਦਿੱਤਾ ਦੈਟ ਮੀਨਸ ਮੈਨੂੰ ਪਰਮਿਸ਼ਨ ਮਿਲ ਗਈ। ਫਿਰ ਬਸ ਉਸ ਤੋਂ ਬਾਅਦ ਮੈਂ ਕਦੇ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ ਕਿ ਮੈਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਜਾਂ ਕੰਮ ਬਾਰੇ ਡੀਮੋਟੀਵੇਟ ਹੋਣਾ। ਹਾਂ, ਸਮਟਾਈਮਸ ਕਈ ਵਾਰੀ ਹੁੰਦਾ ਕਿ ਜੋ ਤੁਹਾਡੇ ਅੰਦਰ ਹੁੰਦਾ, ਕਰਨ ਨੂੰ ਟੈਲੈਂਟ ਹੁੰਦਾ ਆ, ਉਹ ਜਦੋਂ ਸਾਹਮਣੇ ਨਹੀਂ ਆਉਂਦਾ ਜਾਂ ਪਲੈਟਫਾਰਮਸ ਨਹੀਂ ਮਿਲਦੇ, ਫਿਰ ਹੁੰਦਾ ਕਿ ਇਹ ਸਾਰੇ ਕੰਮ ਕਰੀ ਜਾ ਰਹੇ, ਅਸੀਂ ਕਿਉਂ ਨਹੀਂ ਕਰ ਰਹੇ ਹਾਂ, ਸਾਡੇ 'ਚ ਕੀ ਕਮੀ ਆ ਜਾਂ ਕਿੱਥੇ ਆ। ਬਟ ਫਿਰ ਮੈਨੂੰ ਇੱਦਾਂ ਲੱਗਦਾ ਕਿ ਕੁਦਰਤ ਜਿਹੜੀ ਆ ਨਾ, ਉਹ ਬੜੀ ਦਿਆਲ ਆ ਕਿ ਤੁਹਾਡੇ ਲਈ ਇੱਕ ਜਿਹੜਾ ਰਾਈਟ ਟਾਈਮ ਆ ਉਹਨੇ ਤੈਅ ਕੀਤਾ ਹੁੰਦਾ। ਅਤੇ ਮੈਨੂੰ ਲੱਗਦਾ ਜਦੋਂ ਤੁਸੀਂ ਇੱਕ ਕੰਮ ਦੇ ਲਈ ਪੂਰੇ ਤਰ੍ਹਾਂ ਤਿਆਰ ਹੋ ਜਾਂਦੇ ਹੋ ਨਾ, ਕੁਦਰਤ ਤੁਹਾਨੂੰ ਆਪਣੇ ਆਪ ਉਹ ਚੀਜ਼ ਦੇ ਦਿੰਦੀ ਆ, ਫਿਰ ਸਾਹਮਣੇ ਲਿਆ ਦਿੰਦੀ ਆ। ਸੋ ਇਸ ਕਰਕੇ ਆਪਣੇ ਆਪ ਨੂੰ ਤਿਆਰ ਕਰੋ, ਮੇਨ ਗੱਲ ਇਹ ਆ, ਹੈ ਨਾ। ਤੁਸੀਂ ਕਦੀ ਕਿਸੇ ਚੀਜ਼ ਨੂੰ ਲੈ ਕੇ ਡੀਮੋਟੀਵੇਟ ਤਾਂ ਨਹੀਂ ਹੋਏ ਇੱਦਾਂ? ਡੀਮੋਟੀਵੇਸ਼ਨ ਕਹਿ ਸਕਦੇ ਹੋ ਤੁਸੀਂ, ਬਹੁਤ ਵਾਰੀ ਆ ਜਾਂਦੀ ਆ ਬੰਦੇ ਦੇ ਅੰਦਰ ਕਿ ਤੁਸੀਂ ਬੈਠੇ ਆ, ਤੁਹਾਡੇ ਕੋਲ ਕੰਮ ਨਹੀਂ ਆ ਰਿਹਾ, ਜਾਂ ਤੁਸੀਂ ਕਿ ਆਪਣੇ ਫਿਊਚਰ ਬਾਰੇ ਸੋਚਦੇ ਆ। ਸਪੈਸ਼ਲੀ ਜਿੱਦਾਂ ਆਪਾਂ ਗਰਲਸ ਦੀ ਗੱਲ ਕਰ ਰਹੇ ਸੀਗੇ, ਹੈ ਨਾ। ਇਸ ਵੇਲੇ ਇੱਕ ਹੋਰ ਜਿਹੜੀ ਇੰਟਰਸਟਿੰਗ ਚੀਜ਼ ਇਹ ਹੋਈ ਕਿ 11 ਤਰੀਕ ਨੂੰ ਮੇਰਾ ਪੋਸਟਰ ਰਿਲੀਜ਼ ਹੋਇਆ ਸੌਂਗ ਦਾ, ਅਤੇ 11 ਹੀ ਤਰੀਕ ਨੂੰ ਮੇਰੀ ਵੈਬ ਸੀਰੀਜ਼ ਹੈ ਚੌਪਾਲ ਦੇ ਉੱਤੇ, ਉਮਰਾਂ 'ਚ ਕੀ ਰੱਖਿਆ, ਰਾਜ ਬੱਬਰ ਜੀ ਦੇ ਨਾਲ। ਉਹਦੇ ਵਿੱਚ ਮੈਂ ਐਜ਼ ਐਨ ਐਕਟਰ ਕੰਮ ਕੀਤਾ, ਉਹ ਵੀ ਉਸੇ ਦਿਨ ਰਿਲੀਜ਼ ਹੋਈ। ਸੋ 17 ਤਰੀਕ ਨੂੰ ਮੇਰਾ ਸੌਂਗ ਰਿਲੀਜ਼ ਹੋ ਰਿਹਾ, ਅਤੇ 18 ਨੂੰ ਬੱਬਰ ਰਿਲੀਜ਼ ਹੋ ਰਹੀ ਆ। ਅਤੇ ਮਤਲਬ ਸਾਰਾ ਕੁਛ ਇੱਦਾਂ ਚੱਲ ਰਿਹਾ। ਸੋ ਇਹ ਵਾਲੇ ਪ੍ਰੋਜੈਕਟਸ ਹੁਣ ਚੱਲ ਰਹੇ ਨੇ, ਬਾਕੀ ਜਿਹੜੇ ਆ ਫਿਰ ਹੌਲੀ ਹੌਲੀ ਅੱਗੇ ਵੀ ਤੁਸੀਂ ਦੇਖੋਗੇ। ਤੁਸੀਂ ਸੀਰੀਅਲ ਦੇ ਵਿੱਚ ਕਿਹੜੇ ਚੀਜ਼ ਉਡਾਰੀਆਂ ਦੇ ਵਿੱਚ ਕਲਰਸ TV ਦਾ ਜਿਹੜਾ ਸੀਰੀਅਲ ਆ ਉਹਦੇ 'ਚ ਕੀਤਾ ਆ, ਫਿਰ ਛੋਟੀ ਜਠਾਣੀ ਜ਼ੀ ਪੰਜਾਬੀ ਦਾ ਉਹਦੇ ਵਿੱਚ ਕੰਮ ਕੀਤਾ ਹੋਇਆ ਆ ਜੀ। ਤੇ ਅੱਗੇ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਨੇ? ਆਉਣ ਵਾਲੀ ਇੱਕ ਪੇਂਟਰ ਮੂਵੀ ਹੈ, ਉਹਦੇ ਵੀ ਡਬਿੰਗ ਆਰਟਿਸਟ ਆ। ਬਾਕੀ 1-2 ਪ੍ਰੋਜੈਕਟਸ ਜਿਹੜੇ ਐਜ਼ ਐਨ ਐਕਟਰੈਸ ਆ ਉਹ ਆ ਰਹੇ ਨੇ ਜਲਦੀ, ਉਹ ਹਜੇ ਮੈਂ ਡਿਸਕਲੋਜ਼ ਨਹੀਂ ਕਰ ਸਕਦੀ। ਤੇ ਜਿਵੇਂ ਵੀ ਹੋਗਾ, ਜਿਵੇਂ ਵੀ ਮੈਂ ਇਹ ਗੱਲ ਜਿਹੜੀ ਆ ਨਾ, ਆਡੀਅנס ਆਈ ਥਿੰਕ ਜਿਹੜੇ ਵੀ ਮੈਨੂੰ ਵੇਖ ਰਹੇ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਹਮੇਸ਼ਾ ਸਰਪ੍ਰਾਈਜ਼ ਹੀ ਮਿਲਦਾ ਆ। ਉਹ ਬਸ ਇੱਕਦਮ ਅੱਛਾ ਤੇਰੇ 'ਚ ਆ ਵੀ ਚੀਜ਼ ਹੈਗੀ, ਤਾਂ ਪਹਿਲਾਂ ਨਹੀਂ ਦੱਸੀ ਜੀ, ਇੱਦਾਂ ਹੁੰਦਾ। ਬਟ ਕੋਈ ਨਹੀਂ, ਤੁਹਾਡੇ ਸਾਹਮਣੇ ਹੋਊਗਾ ਜੋ ਵੀ ਜਲਦੀ ਆਊਗਾ ਜੀ। ਤੇ ਅੱਗੇ ਮੈਮ ਤੁਸੀਂ ਫਿਊਚਰ ਨੂੰ ਲੈ ਕੇ ਕੀ ਸੋਚਿਆ? ਮੈਂ ਹਜੇ ਤਾਂ ਪ੍ਰੈਜ਼ੈਂਟ ਬਾਰੇ ਸੋਚ ਰਹੀ ਹਾਂ, ਫਿਊਚਰ ਬਾਰੇ ਕੁਝ ਖਾਸ ਸੋਚਿਆ ਨਹੀਂ ਕਿ ਬਿਲਕੁਲ, ਮਤਲਬ ਦੇਖੋ ਕੰਮ ਦੇ ਬਾਰੇ ਸੋਚਦੇ ਜ਼ਰੂਰ ਹਾਂ, ਬਟ ਮੈਨੂੰ ਇਹੀ ਲੱਗਦਾ ਕਿ ਜੇ ਅਸੀਂ ਪ੍ਰੈਜ਼ੈਂਟ ਨੂੰ ਸਵਾਰ ਲੈਂਦੇ ਹਾਂ ਤਾਂ ਫਿਊਚਰ ਸਾਡੇ ਸਾਹਮਣੇ ਬ੍ਰਾਈਟ ਹੀ ਹੁੰਦਾ ਆ, ਹੈ ਨਾ। ਅਤੇ ਇਸ ਕਰਕੇ ਇਸ ਵੇਲੇ ਮੈਂ ਸਿਰਫ ਤੇ ਸਿਰਫ ਪ੍ਰੈਜ਼ੈਂਟ 'ਤੇ ਕੰਮ ਕਰ ਰਹੀ। ਮੈਨੂੰ ਨਹੀਂ ਪਤਾ ਕੱਲ੍ਹ ਦਾ ਕੀ ਹੋਣਾ, ਬਟ ਹਾਂ ਇਹ ਸੋਚ ਜ਼ਰੂਰ ਹੈ ਕਿ ਅੱਗੇ ਇਸੇ ਫੀਲਡ ਦੇ ਵਿੱਚ ਮੈਂ ਕੰਟੀਨਿਊ ਕਰਨਾ ਆ, ਅਤੇ ਕੁਛ ਚੰਗੇ ਪ੍ਰੋਜੈਕਟਸ ਦਊਂਗੀ ਮਾਰਕੀਟ ਦੇ ਵਿੱਚ, ਤਾਂ ਕਿ ਲੋਕ ਹੋਰ ਵਧੀਆ ਤਰੀਕੇ ਨਾਲ ਜਾਣ ਸਕਣ ਮੈਨੂੰ। ਹੁਣ ਤੁਹਾਡੀ ਫੈਮਿਲੀ ਨੂੰ ਤੁਹਾਡੇ ਤੇ ਕਿੰਨਾ ਕੁ ਪ੍ਰਾਊਡ ਫੀਲ ਕਰਦੇ? ਬਹੁਤ, ਹੁਣ ਤਾਂ ਬਹੁਤ, ਮਤਲਬ ਹੁਣ ਤਾਂ ਅਗਰ ਮੈਂ ਘਰੇ ਬੈਠ ਜਾਣਾ ਫ੍ਰੀ, ਪਹਿਲਾਂ ਹੁੰਦਾ ਸੀਗਾ ਵੀ ਤੂੰ ਕੰਮ 'ਤੇ ਕਿਉਂ ਜਾ ਰਹੀ ਆ, ਨਹੀਂ ਕਰਨਾ। ਹੁਣ ਮੈਂ ਜਦੋਂ ਘਰੇ ਬੈਠ ਜਾਂਦੀ, ਤੂੰ ਕੰਮ 'ਤੇ ਜਾ ਕਿਉਂ ਨਹੀਂ ਰਹੀ ਆ, ਤੈਨੂੰ ਕੰਮ ਨਹੀਂ ਆਇਆ ਕੋਈ, ਹੁਣ ਇੱਦਾਂ ਹੁੰਦਾ ਆ ਜੀ। ਤੇ ਮੈਡਮ ਤੁਹਾਡਾ ਅਸੀਂ ਜ਼ਿਆਦਾ ਟਾਈਮ ਤਾਂ ਨਹੀਂ ਲਵਾਂਗੇ, ਬਟ ਇੱਕ ਗੱਲ ਜ਼ਰੂਰ ਪੁੱਛੂੰਗੀ, ਜਿੱਦਾਂ ਕਿ ਤੁਹਾਨੂੰ ਪਤਾ ਹੁਣ ਇਸ ਲਾਈਨ ਦੇ ਵਿੱਚ ਤੁਹਾਨੂੰ ਤਾਂ ਬਹੁਤ ਟਾਈਮ ਹੋ ਗਿਆ ਨਾ ਵਰਕ ਕਰਦੇ ਨੂੰ, ਜਿਹੜੀ ਨਵੀਆਂ ਕੁੜੀਆਂ ਆ ਰਹੀਆਂ ਨੇ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਜਿਹੜੀ ਨੈਗੇਟਿਵਿਟੀ ਬਣੀ ਹੋਈ ਹੈ ਇਸ ਲਾਈਨ ਨੂੰ ਲੈ ਕੇ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ?
ਨੈਗੇਟਿਵਿਟੀ ਸਾਰਿਆਂ ਦੇ ਮਾਈਂਡ 'ਚ ਹੁੰਦੀ ਆ, ਇਕੱਲੇ ਕੁੜੀਆਂ ਦੀ ਨਹੀਂ, ਮੁੰਡਿਆਂ ਦੇ ਮਾਈਂਡ 'ਚ ਵੀ ਹੁੰਦੀ ਹੈ ਚੀਜ਼ ਨੂੰ ਕਿ ਇਸ ਇੰਡਸਟਰੀ ਦੇ ਵਿੱਚ ਕੰਮ ਨਹੀਂ ਮਿਲ ਰਿਹਾ, ਸ਼ਾਇਦ ਲਿੰਕ ਸਟਰੋਂਗ ਹੋਣੇ ਚਾਹੀਦੇ ਆ, ਸ਼ਾਇਦ ਤੁਹਾਡੇ ਕੋਲ ਪੈਸਾ ਬਹੁਤ ਹੋਣਾ ਚਾਹੀਦਾ ਆ ਤਾਂ ਹੀ ਤੁਹਾਨੂੰ ਕੰਮ ਮਿਲੂਗਾ। ਬਟ ਇਦਾਂ ਦਾ ਕੁਝ ਨਹੀਂ ਆ। ਮੈਂ ਅੱਗੇ ਵੀ ਕਿਹਾ ਵੀ ਟਾਈਮ ਜ਼ਰੂਰ ਲੱਗਦਾ ਚੀਜ਼ਾਂ ਨੂੰ, ਬਟ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਤੇ ਟੈਲੈਂਟ ਦੇ ਨਾਲ ਕੰਮ ਕਰਦੇ ਹੋ ਤੇ ਤੁਹਾਡੇ ਲਈ ਪਲੇਟਫਾਰਮਸ ਅੱਗੇ ਜ਼ਰੂਰ ਹੁੰਦੇ ਨੇ, ਤਿਆਰ ਹੁੰਦੇ ਨੇ, ਕੁਦਰਤ ਤੁਹਾਨੂੰ ਆਪ ਦਿੰਦੀ ਆ ਉਹ ਚੀਜ਼ਾਂ। ਕਈ ਵਾਰ ਇਹ ਵੀ ਹੁੰਦਾ ਕਿ ਇਸ ਲਾਈਨ ਦੇ ਵਿੱਚ ਫੇਕ ਪਰਸਨ ਵੀ ਬਹੁਤ ਮਿਲਦੇ ਆ। ਡੈਫੀਨੇਟਲੀ ਉਹ ਹਰ ਇੱਕ ਫੀਲਡ 'ਚ ਹੁੰਦਾ। ਉਹ ਮੈਂ ਉਹੀ ਗੱਲ ਕਰ ਰਹੀ ਵੀ ਤੁਹਾਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਆ, ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਆ, ਤੁਹਾਨੂੰ ਆਪਣੇ ਆਲੇ ਦੁਆਲੇ ਦਾ ਪਤਾ ਹੋਣਾ ਚਾਹੀਦਾ ਆ। ਨੌਲੇਜ ਜਿਹੜੀ ਆ ਨਾ ਉਹ ਸਭ ਤੋਂ ਵੱਡੀ ਕੀ ਆ, ਮਤਲਬ ਗਿਆਨ ਹੋਣਾ ਬਹੁਤ ਜ਼ਰੂਰੀ ਆ ਤੁਹਾਨੂੰ। ਤੇ ਆਪਣੇ ਆਲੇ ਦੁਆਲੇ ਤੇ ਨਜ਼ਰ ਬਣਾ ਕੇ ਰੱਖੋ ਵੀ ਕੀ ਚੱਲ ਕੀ ਰਿਹਾ ਆ, ਹੈ ਨਾ। ਤੇ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਸਰਚ ਜ਼ਰੂਰ ਕਰੋ ਉਹਦੇ ਬਾਰੇ। ਉਹ ਇਹ ਨਹੀਂ ਕਿ ਤੁਸੀਂ ਆਨਲਾਈਨ ਸਰਚ ਕਰੋ, ਸਾਰੀਆਂ ਚੀਜ਼ਾਂ ਆਨਲਾਈਨ ਨਹੀਂ ਮਿਲਦੀਆਂ। ਆਲੇ ਦੁਆਲੇ ਤੋਂ ਸਰਚ ਕਰੋ, ਪਤਾ ਕਰੋ ਔਰ ਗਲਤ ਗਾਈਡੈਂਸ ਤੋਂ ਬਚੋ ਜਿੰਨਾ ਹੋ ਸਕਦਾ ਆ। ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਬਾਕੀ ਤਾਂ ਤੁਸੀਂ ਜੇਕਰ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ ਸਾਡੇ ਦਰਸ਼ਕਾਂ ਨੂੰ। ਮੈਸੇਜ ਦੇਖੋ, ਮੈਂ ਹਜੇ ਇਸ ਜੋਗੀ ਵੀ ਨਹੀਂ ਹੋਈ ਕਿ ਮੈਂ ਮੈਸੇਜ ਦੇਵਾਂ, ਬਟ ਹਾਂ ਜੀ ਬਸ ਇਹੀ ਆ ਮੈਸੇਜ ਇਹ ਆ ਕਿ ਆਪਣੀ ਸੋਚ ਨੂੰ ਥੋੜ੍ਹਾ ਜਿਹਾ ਨਾ ਖੋਲ੍ਹ ਕੇ ਚੱਲੋ ਤੇ ਕੰਮ ਕਰਨ ਦੇ ਲਈ ਆਪਣੇ ਆਪ 'ਚ ਉਹ ਜਜ਼ਬਾ ਰੱਖੋ ਤੇ ਸੋਚ ਰੱਖੋ ਕਿ ਮੈਂ ਕਰਨਾ ਆ। ਤੇ ਜੇ ਤੁਸੀਂ ਸੋਚ ਲੈਂਦੇ ਹੋ ਤਾਂ ਤੁਹਾਡੇ ਲਈ ਕੋਈ ਵੀ ਚੀਜ਼ ਜਿਹੜੀ ਆ ਨਾ ਉਹ ਨਾਮੁਮਕਿਨ ਨਹੀਂ ਹੈਗੀ, ਸਭ ਕੁਝ ਪੋਸੀਬਲ ਆ। ਬਸ ਲੱਗੇ ਰਹੋ ਕੰਮ ਤੇ ਜ਼ਰੂਰ। ਮੰਜ਼ਿਲ ਉਹਨੂੰ ਮਿਲਦੀ ਹੁੰਦੀ ਹੈ ਜਿਹੜੇ ਰਾਹ 'ਤੇ ਤੁਰਦੇ ਨੇ, ਤੇ ਜਿਹੜੇ ਰਾਹ 'ਤੇ ਤੁਰਦੇ ਹੀ ਨਹੀਂ, ਸਿਰਫ ਬੈਠੇ ਗੱਲਾਂ ਕਰਦੇ ਨੇ ਕਿ ਮੰਜ਼ਿਲ ਤੇ ਨਹੀਂ ਪਹੁੰਚੇ, ਮੰਜ਼ਿਲ ਤੇ ਨਹੀਂ ਪਹੁੰਚੇ, ਤੇ ਮੰਜ਼ਿਲ ਕਦੇ ਆਪ ਚੱਲ ਕੇ ਨਹੀਂ ਆਉਂਦੀ। ਸੋ ਤੁਹਾਨੂੰ ਤੁਰਨਾ ਪੈਂਦਾ ਆ। ਜੀ ਬਹੁਤ ਵਧੀਆ ਲੱਗਿਆ, ਤੁਸੀਂ ਆਪਣਾ ਕੀਮਤੀ ਟਾਈਮ ਸਾਡੇ ਲਈ ਕੱਢਿਆ। ਮੇਰੇ ਵੱਲੋਂ ਤੇ ਸਾਡੀ ਚੈਨਲ ਦੀ ਟੀਮ ਵੱਲੋਂ ਬਹੁਤ ਬਹੁਤ ਤੁਹਾਡਾ ਦਿਲ ਤੋਂ ਧੰਨਵਾਦ ਜੀ। ਥੈਂਕ ਯੂ ਸੋ ਮਚ ਜੀ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ।